ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਗੱਲ ਕਰ ਰਿਹਾ ਜਿਹੜੀ ਹੈ ਦਿਲਜੀਤ ਦੋਸਾਂਝ ਜੀ ਦੀ ਪਿਕਚਰ ਆਈ ਹੈ ਜੋਗੀ। ਜੋਗੀ ਪਿਕਚਰ ਦੇਖ ਕੇ ਬਿਲਕੁਲ ਉਹ 1984 ਦੇ ਉਹ ਦਿਨ ਯਾਦ ਆ ਗਏ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਲੱਭ ਕੇ ਉਹਨਾਂ ਦੇ ਘਰਾਂ 'ਚੋਂ ਕੱਢ ਕੇ ਮਾਰਿਆ ਗਿਆ, ਜਿਵੇਂ ਕਤਲੇਆਮ ਕੀਤਾ ਗਿਆ। ਇਹ ਮੂਵੀ ਦੇ ਵਿੱਚ ਤਰਲੋਕਪੁਰੀ ਦਾ ਇਲਾਕਾ ਦਿਖਾਇਆ। ਐਕਚੁਅਲ ਦੇ ਵਿੱਚ ਇਹ ਤਰਲੋਕਪੁਰੀ ਦੇ ਇਲਾਕੇ ਦੇ ਵਿੱਚ, ਇਸੇ ਇਲਾਕੇ ਵਿੱਚ ਤਕਰੀਬਨ 400 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਹ ਮੂਵੀ ਚਾਹੇ ਉਹਨਾਂ ਨੇ ਉਹਦੇ ਵਿੱਚ ਲਿਖਿਆ ਕਿ ਇਟ ਇਜ਼ ਲੂਜ਼ਲੀ ਬੇਸਡ ਅਪੋਨ ਦ ਟਰੂ ਇਵੈਂਟਸ, ਬਟ ਜੇਕਰ ਮੈਂ ਦੇਖਾਂ ਤਾਂ ਇਹ ਬੜਾ ਕਲੋਜ਼ਲੀ ਟਰੂ ਇਵੈਂਟਸ ਦੇ ਨੇੜੇ ਆ। ਬਹੁਤ ਜੋ ਜਿਸ ਤਰੀਕੇ ਦੇ ਨਾਲ ਇੱਥੇ ਤਰਲੋਕਪੁਰੀ ਦੇ ਵਿੱਚ ਹੋਇਆ ਉਹ ਇਸ ਮੂਵੀ ਦੇ ਵਿੱਚ ਡਿਪਿਕਟ ਕੀਤਾ ਗਿਆ। ਅਤੇ ਮੂਵੀ ਦੇ ਕਈ ਜਿਹੜੇ ਕੈਰੈਕਟਰ ਨੇ ਉਹ ਜਿਹੜੇ ਉੱਥੇ ਦੇ ਰੀਅਲ ਕੈਰੈਕਟਰ ਨੇ, ਐਕਚੁਅਲ ਜਿਹੜੇ ਉੱਥੇ ਜਿਸ ਤਰ੍ਹਾਂ ਹੋਇਆ ਉਹਨਾਂ ਦੇ ਵੀ ਕਾਫੀ ਨੇੜੇ ਨੇ, ਕਾਫੀ ਨੇ। ਮੈਂ ਹੁਣੇ ਇੱਥੇ ਪੜ੍ਹ ਰਿਹਾ ਸੀ ਨੈੱਟ ਉੱਤੇ, ਕਿਸੇ ਨੇ ਲਿਖਿਆ ਕਿ ਜੀ ਇਹਨਾਂ ਨੇ ਦਿਖਾਤਾ ਕਿ ਪੁਲਿਸ ਮਦਦ ਕਰ ਰਹੀ ਸੀ, ਬਿਲਕੁਲ ਗਲਤ ਦਿਖਾਇਆ। ਦੇਖੋ ਇਹ ਗੱਲ ਬਿਲਕੁਲ ਸਹੀ ਆ ਕਿ ਸਾਰੀ ਦਿੱਲੀ ਵਿੱਚ ਪੁਲਿਸ ਦੰਗਈਆਂ ਦੇ ਨਾਲ ਲੱਗੀ ਸੀ। ਪੁਲਿਸ ਦੰਗਈਆਂ ਦੇ ਨਾਲ ਲੱਗ ਕੇ ਸਿੱਖਾਂ ਨੂੰ ਮਾਰਨ ਵਿੱਚ ਲੱਗੀ ਸੀ। ਇਹ ਮੂਵੀ ਵਿੱਚ ਵੀ ਉਹੀ ਪਾਰਟ ਦਿਖਾਇਆ, ਪਰ ਮੂਵੀ 'ਚ ਜਿਹੜਾ ਪੁਲਿਸ ਵਾਲਾ ਦਿਖਾਇਆ ਕਿ ਪੁਲਿਸ ਵਾਲਾ ਸਿੱਖਾਂ ਦੀ ਮਦਦ ਕਰ ਰਿਹਾ ਸੀ, ਤਰਲੋਕਪੁਰੀ 'ਚ ਵੀ ਐਸਾ ਪੁਲਿਸ ਵਾਲਾ ਸੀਗਾ, ਜੁਗਤੀ ਰਾਮ, ਹੈੱਡ ਕਾਂਸਟੇਬਲ ਜੁਗਤੀ ਰਾਮ। ਜਦੋਂ ਕਿ ਬਾਕੀ ਸਾਰੇ ਤਰਲੋਕਪੁਰੀ ਦੇ ਪੁਲਿਸ ਵਾਲੇ ਸਿੱਖਾਂ ਨੂੰ ਮਾਰਨ ਲਈ ਲੱਗੇ ਹੋਏ ਸੀ, ਉਹ ਇਕੱਲਾ ਸੀਗਾ ਉਹ ਹੈੱਡ ਕਾਂਸਟੇਬਲ ਜਿਹੜਾ ਸਿੱਖਾਂ ਨੂੰ ਬਚਾਉਣ ਲਈ ਲੱਗਿਆ ਸੀ। 30 ਸਿੱਖਾਂ ਦੀਆਂ ਲੜਕੀਆਂ ਨੂੰ ਤਰਲੋਕਪੁਰੀ ਤੋਂ ਚੁੱਕ ਕੇ ਲੈ ਗਏ ਸੀ, ਨਾਲੇ ਉੱਥੇ ਚਿੱਲਾ ਪਿੰਡ ਦੇ ਵਿੱਚ ਚੁੱਕ ਕੇ ਲੈ ਗਏ ਸੀ। ਜੁਗਤੀ ਰਾਮ DCP ਕੋਲੇ ਗਿਆ ਕਿ ਮੈਨੂੰ ਜੀਪ ਦਿਓ, ਮੈਂ ਉਹ ਲੜਕੀਆਂ ਨੂੰ ਉੱਥੋਂ ਬਚਾ ਕੇ ਲੈ ਕੇ ਆਉਣਾ। DCP ਨੇ ਮਨਾ ਕਰਤਾ। DCP ਸੇਵਾਦਾਸ ਸੀ ਉਦੋਂ, ਜਿਹੜਾ ਹੁਣ ਉਦੋਂ ਬਾਅਦ 'ਚ ਦਿੱਲੀ ਦਾ ਸਪੈਸ਼ਲ ਪੁਲਿਸ ਕਮਿਸ਼ਨਰ ਬਣ ਕੇ ਰਿਟਾਇਰ ਹੋਇਆ। ਉਹਨੇ ਮਨਾ ਕਰਤਾ। ਜੋ ਉਹਨੇ ਮਨਾ ਕੀਤਾ, ਬਾਈ ਚਾਂਸ ਉਦੋਂ ਉੱਥੇ ਕੁਛ ਮੀਡੀਆ ਵਾਲੇ ਪਹੁੰਚ ਕੇ, ਇਹ 4 ਨਵੰਬਰ ਦੀ ਗੱਲ ਆ, 4 ਨਵੰਬਰ ਦੀ ਗੱਲ ਹੈ, 4 ਦਿਨ ਬਾਅਦ ਦੀ। ਬਾਈ ਚਾਂਸ ਉੱਥੇ ਮੀਡੀਆ ਵਾਲੇ ਪਹੁੰਚ ਕੇ ਅਤੇ ਉਹ DCP ਨੂੰ ਉਹਨੂੰ ਜੀਪ ਦੇਣੀ ਪਈ। ਉਹ ਜੁਗਤੀ ਰਾਮ ਜਾ ਕੇ ਉਹਨਾਂ ਪਿੰਡ ਦੇ ਵਿੱਚ ਕਰ ਦੀ ਤਲਾਸ਼ੀ ਲੈ ਕੇ, ਸਭ ਨੇ ਉਹਨੂੰ ਕਿਹਾ ਤੈਨੂੰ ਮਾਰ ਦੇਣਗੇ, ਤੈਨੂੰ ਕਰਨਗੇ, ਉਹਨੇ ਪਰਵਾਹ ਨਹੀਂ ਕੀਤੀ। 30 ਸਿੱਖਾਂ ਦੀਆਂ ਕੁੜੀਆਂ ਨੂੰ ਉੱਥੋਂ ਪਿੰਡ ਤੋਂ ਛੁਡਾ ਕੇ ਲਿਆਇਆ। ਉਸ ਜੁਗਤੀ ਰਾਮ ਨੂੰ ਬਾਅਦ 'ਚ HGPC ਨੇ ਵੀ ਉਹਦਾ ਸਨਮਾਨ ਕੀਤਾ, ਅਕਾਲ ਤਖਤ 'ਤੇ ਵੀ ਜੁਗਤੀ ਰਾਮ ਦਾ ਸਨਮਾਨ ਕੀਤਾ ਗਿਆ। ਅਤੇ ਜੁਗਤੀ ਰਾਮ ਨੂੰ ਬਾਅਦ 'ਚ ਇਹਨਾਂ ਨੇ ਦਿੱਲੀ ਪੁਲਿਸ 'ਚ ਉਹਨੂੰ ਦਿੱਲੀ ਸਨਮਾਨ ਸਿੱਖਾਂ ਵੱਲੋਂ ਕੀਤਾ ਗਿਆ, ਪਰ ਪੁਲਿਸ 'ਚ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹਨੇ ਆਪਣੇ ਸੀਨੀਅਰ ਦੀ ਗੱਲ ਹੀ ਮੰਨੀ, ਸਿੱਖਾਂ ਦੀ ਮਦਦ ਕੀਤੀ। ਇਸ ਤਰ੍ਹਾਂ ਦੂਜਾ ਜਿਹੜਾ ਕਰੈਕਟਰ, ਜਿਵੇਂ ਜਿਹੜਾ ਜੋਗੀ ਦਾ ਖੁਦ ਦਾ ਕਰੈਕਟਰ ਦਿਖਾਇਆ, ਉਹਨੇ ਬਾਲ ਕੱਟ ਕੇ ਸਿੱਖਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਉੱਥੇ ਇੱਕ ਮੋਹਨ ਸਿੰਘ ਸੀ ਪੀੜਤ, ਉਸਨੇ ਵੀ ਆਪਣਾ ਬਾਲ ਕੱਟ ਕੇ ਰਾਤ ਨੂੰ ਬਚਾ ਕੇ ਕਹੀਂ ਉਹ ਇੰਡੀਅਨ ਐਕਸਪ੍ਰੈਸ ਦੇ ਦਫ਼ਤਰ ਵਿੱਚ ਪਹੁੰਚਿਆ। ਇੰਡੀਅਨ ਐਕਸਪ੍ਰੈਸ ਦੇ ਦਫ਼ਤਰ 'ਚ ਆ ਕੇ ਉਹਨੇ ਸਾਰੀ ਕਹਾਣੀ ਸੁਣਾਈ। ਉੱਥੋਂ ਫਿਰ ਇੰਡੀਅਨ ਐਕਸਪ੍ਰੈਸ ਦੇ ਜਰਨਲਿਸਟ ਰਾਹੁਲ ਬੇਦੀ ਅਤੇ ਜੋਸਫ ਮਲਿਆਕਨ, ਇਹ ਅਤੇ ਨਾਲ ਤੋਮਰ, ਇਹ ਉੱਥੇ ਤਰਲੋਕਪੁਰੀ ਦੇ ਏਰੀਏ ਦੇ ਵਿੱਚ ਗਏ। ਉਹ ਵੀ ਮੈਂ ਤੁਹਾਨੂੰ ਉਹਨਾਂ ਦੀ ਉਹ ਦੱਸੂਗਾ ਉਹ ਕਿਸ ਤਰ੍ਹਾਂ ਉਹਨਾਂ ਨੇ ਆ ਕੇ ਦੱਸਿਆ। ਰਾਹੁਲ ਬੇਦੀ ਨੇ ਬੜੇ ਆਰਟੀਕਲ ਲਿਖਿਆ। ਉਸਨੇ ਕਿਹਾ ਜਦੋਂ ਅਸੀਂ ਤਰਲੋਕਪੁਰੀ ਦੇ ਇਲਾਕੇ 'ਚ ਗਏ, 32 ਨੰਬਰ ਬਲਾਕ ਸੀ, ਇਹਨੂੰ 6 ਨੰਬਰ ਬਲਾਕ ਮੂਵੀ 'ਚ ਕਿਹਾ, ਬਟ ਐਕਚੁਅਲੀ ਇਹ 32 ਨੰਬਰ ਬਲਾਕ ਸੀ ਜਿਹੜਾ ਸਿੱਖਾਂ ਦਾ, ਸਿੱਖ ਮੇਨ ਰਹਿੰਦੇ ਸੀ, 30 ਅਤੇ 32 ਨੰਬਰ ਬਲਾਕ। ਉਹ ਕਹਿੰਦੇ ਇਹਨਾਂ ਦੋਨਾਂ ਬਲਾਕਾਂ ਵਿੱਚ ਆਏ ਸਿੱਖਾਂ ਦੀਆਂ ਲਾਸ਼ਾਂ ਭਰੀਆਂ ਪਈਆਂ ਸੀ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਪੱਬਾਂ ਪਰ ਚੱਲਣਾ ਪੈਂਦਾ ਸੀ। ਸਿੱਖਾਂ ਦੀਆਂ ਲਾਸ਼ਾਂ ਨੂੰ ਕੱਟ ਕੇ ਇਸ ਤਰ੍ਹਾਂ ਕੀਤਾ ਪਿਆ ਸੀ। ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ, ਐਕਚੁਅਲ ਫੋਟੋ ਆ, ਆਹ ਦੇਖ ਲਓ, ਆਹ ਫੋਟੋ, ਆਹ ਅੱਧੀ ਧੜ ਕੱਟ ਕੇ ਪਰੇ ਸੁੱਟੀ ਪਈ ਆ, ਆਹ ਲੱਤਾਂ ਕੱਟ ਕੇ ਇੱਧਰ ਸੁੱਟੀਆਂ ਪਈਆਂ। ਇਹ ਹਾਲ ਸੀ ਉੱਥੋਂ ਦੀ ਗਲੀ ਦਾ, ਉੱਥੋਂ ਦੀ ਤਰਲੋਕਪੁਰੀ ਦੀ ਇਹ ਗਲੀ ਦਾ। ਇਸ ਤਰ੍ਹਾਂ ਕਰ ਕੇ ਇਹਨਾਂ ਨੇ ਮਾਰਿਆ। ਤਰਲੋਕਪੁਰੀ ਦਾ ਇੱਕ ਬੁੱਚੜ ਸੀ ਕਸ਼ੂਰੀ, ਉਹ ਜਿਹੜਾ ਕਸਾਈਆਂ ਵਾਲਾ ਛੁਰਾ ਹੁੰਦਾ ਨਾ, ਬੱਕਰੇ ਕੱਟਣ ਵਾਲਾ, ਉਹਨੇ ਉਹ ਛੁਰੇ ਲੈ ਕੇ ਸਰਦਾਰਾਂ ਨੂੰ ਜਿਵੇਂ ਕੱਟਿਆ, ਜਿਸ ਤਰੀਕੇ ਦੇ ਨਾਲ। ਔਰ ਉਹ ਬੁੱਚੜ ਸੀ ਜਿਹੜਾ, ਉਹ 1995 ਦੇ ਵਿੱਚ
ਜਸਟਿਸ ਢੀਂਗਰਾ, ਸ਼ਿਵ ਨਾਰਾਇਣ ਢੀਂਗਰਾ ਉਦੋਂ ਜੱਜ ਸੀ, ਉਹਨਾਂ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਮੌਤ ਦੀ ਸਜ਼ਾ। ਬਾਅਦ ਦੇ ਵਿੱਚ ਉਹਦੀ ਮੌਤ ਦੀ ਸਜ਼ਾ ਨੂੰ ਲਾਈਫ ਇਨਫ੍ਰਿਜ਼ਨਮੈਂਟ ਦੇ ਵਿੱਚ ਕਨਵਰਟ ਕਰਤਾ, ਉਮਰ ਦੀ ਕੈਦ ਦੇ ਵਿੱਚ ਸੁਪਰੀਮ ਕੋਰਟ ਨੇ ਬਦਲ ਦਿੱਤਾ, ਅਤੇ ਉਹ ਉਦੋਂ 1995 ਤੋਂ ਹੁਣ ਤੱਕ ਜੇਲ੍ਹ ਬੈਠਾ। ਸਿਰਫ ਉਹ ਜੱਜ ਜਸਟਿਸ ਢੀਂਗਰਾ ਦੀ ਬਦੌਲਤ, ਉਹਦੇ ਕਰਕੇ, ਕਿਉਂਕਿ ਬਾਕੀ ਸਾਰੇ ਜੱਜ ਇਹਨਾਂ ਨੂੰ ਛੱਡ ਰਹੇ ਸੀ। ਜੱਜਿਸ ਦਾ ਵੀ ਇੰਨਾ ਬਲਕਿ ਕਿਹੋ ਜਿਹਾ ਹਾਲ ਤੁਹਾਨੂੰ ਦੱਸਾਂ, ਇਹ ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਸੀ, ਬਹੁਤ ਥੋੜ੍ਹੇ ਜਿਹੇ ਜੱਜ ਸੀ ਜਿਹੜੇ ਕਿ ਇਨਸਾਫ ਦੇਣ ਵਿੱਚ ਇੰਟਰਸਟਡ ਸੀ। ਉਹਨਾਂ 'ਚੋਂ ਸੀਗਾ ਢੀਂਗਰਾ, ਉਸਨੇ ਉਹੋ ਜਿਹੇ ਬੰਦੇ ਵੀ ਸੀਗੇ। ਫਿਰ ਆ ਜਿਹੜਾ ਇਹਨਾਂ ਨੇ ਕੌਂਸਲਰ ਦਾ ਕਰੈਕਟਰ ਦਿਖਾਇਆ, ਤਿਲਕ ਰਾਜ, ਜਿਹੜਾ ਉਹ ਤਿਲਕ ਰਾਜ ਕੌਂਸਲਰ ਸੀ, ਉਹਦਾ ਕਰੈਕਟਰ ਬੜਾ ਨੇੜੇ ਆ ਉੱਥੋਂ ਦਾ ਜਿਹੜਾ ਕੌਂਸਲਰ ਸੀਗਾ ਤਰਲੋਕਪੁਰੀ ਦਾ, ਉਸ ਵੇਲੇ ਕਲਿਆਣਪੁਰੀ ਸੀਗੀ ਜਿਹੜੀ ਕੌਂਸਟੀਟੂਐਂਸੀ ਸੀ। ਤਰਲੋਕਪੁਰੀ ਕਲਿਆਣਪੁਰੀ ਦਾ ਪਾਰਟ ਸੀ। ਕਲਿਆਣਪੁਰੀ ਦਾ ਕੌਂਸਲ ਸੀਗਾ ਡਾਕਟਰ ਅਸ਼ੋਕ। ਡਾਕਟਰ ਅਸ਼ੋਕ ਆ ਕੇ ਖੁਦ ਉਹ ਖੜ ਕੇ ਉਹਨੇ ਕੋਲੇ ਸਿੱਖਾਂ ਨੂੰ ਮਰਵਾਇਆ। ਕਲਿਆਣਪੁਰੀ ਦੇ ਇਲਾਕੇ ਵਿੱਚ ਸਿੱਕਲੀ ਘਰ ਸਿੱਖ ਰਹਿੰਦੇ ਆ, ਤਰਲੋਕਪੁਰ ਦੇ ਬਿਲਕੁਲ ਨਾਲ ਲੱਗਦਾ। ਥਾਣਾ ਵੀ ਉਸ ਟਾਈਮ ਕਲਿਆਣਪੁਰੀ ਸੀ, ਤਰਲੋਕਪੁਰੀ ਸਿਰਫ ਚੌਕੀ ਸੀ। ਅਤੇ ਉਹ ਕਲਿਆਣਪੁਰੀ ਦੇ ਵਿੱਚ ਸਿੱਕਲੀ ਘਰ ਸਿੱਖ ਰਹਿੰਦੇ ਸੀ। ਸਿੱਕਲੀ ਘਰ ਸਿੱਖ ਗੁਰੂ ਸਾਹਿਬ ਦੇ ਵੇਲੇ ਤੋਂ ਸਿੱਖ ਫੌਜਾਂ ਲਈ ਹਥਿਆਰ ਬਣਾਉਂਦੇ ਸੀ, ਅਤੇ ਉਹਨਾਂ ਦੇ ਟ੍ਰਡੀਸ਼ਨਾਂ ਪਿਛਲੇ ਪੁਸ਼ਤਾਂ ਤੋਂ ਚੱਲਦਾ ਆ ਰਿਹਾ, ਅਤੇ ਉਹਨਾਂ ਨੇ ਘਰਾਂ ਵਿੱਚ ਹਥਿਆਰ ਰੱਖਣੇ ਹੁੰਦੇ ਆ। ਉਹਨਾਂ ਦੇ ਕੋਲੇ ਬੰਦੂਕਾਂ ਸੀਗੀਆਂ, ਉਹ ਵੀ ਲਾਇਸੈਂਸਡ ਬੰਦੂਕਾਂ। ਜਦੋਂ ਇਹ ਡਾਕਟਰ ਅਸ਼ੋਕ ਨੇ ਆ ਕੇ ਉੱਥੇ ਅਟੈਕ ਕੀਤਾ, 1 ਨਵੰਬਰ ਦੀ ਦੁਪਹਿਰ ਦੀ ਗੱਲ ਆ, ਜਦੋਂ ਉੱਥੇ ਆ ਕੇ ਅਟੈਕ ਕੀਤਾ ਅਤੇ ਉਹਨਾਂ ਨੇ ਆਪਣੀਆਂ ਬੰਦੂਕਾਂ ਕੱਢ ਲਈਆਂ। ਸਿੱਖਾਂ ਨੇ ਆਪਣੇ ਘਰਾਂ 'ਚੋਂ ਬੈਠਿਆਂ ਨੇ ਮੁਕਾਬਲਾ ਕਰਕੇ ਮੌਬ 'ਚੋਂ ਇੱਕ ਬੰਦਾ ਮਾਰਿਆ ਗਿਆ। ਸਾਰਾ ਮੌਬ ਭੱਜ ਗਿਆ, ਕੋਈ ਨੇੜੇ ਨਹੀਂ ਲੱਗਿਆ। ਡਾਕਟਰ ਅਸ਼ੋਕ ਥਾਣੇ ਜਾ ਕੇ ਬੈਠ ਗਿਆ। ਉੱਥੇ DCP ਨੂੰ ਬੁਲਾਇਆ, ACP ਨੂੰ ਬੁਲਾਇਆ, SHO ਨੂੰ ਨਾਲ ਲਿਆ, ਸਾਰਿਆਂ ਨਾਲ ਲੈ ਕੇ 2 ਟਰੱਕ ਪੁਲਿਸ ਦੇ ਭਰ ਕੇ ਕਹਿੰਦਾ ਜਾ ਕੇ ਉਹਨਾਂ ਨੂੰ ਫੜ ਕੇ ਲਿਆਓ। ਪੁਲਿਸ ਗਈ, ਪੁਲਿਸ ਨੇ ਜਾ ਕੇ 25 ਸਿੱਖ ਸੀ ਜਿਹੜੇ ਪ੍ਰੋਮੀਨੈਂਟ ਸਿੱਖ ਉੱਥੋਂ ਦੇ, ਜਿਨ੍ਹਾਂ ਕੋਲ ਬੰਦੂਕਾਂ ਸੀ, 25 ਦੇ 25 ਸਿੱਖਾਂ ਦੀਆਂ ਬੰਦੂਕਾਂ ਉਹਨਾਂ ਦੀਆਂ ਖੋਲੀਆਂ, ਬੰਦੂਕਾਂ ਸੀਜ਼ ਕਰ ਲਈਆਂ। ਉਹਨਾਂ ਨੂੰ 25 ਦੇ 25 ਨੂੰ ਗ੍ਰਿਫਤਾਰ ਕਰਕੇ, ਮਤਲਬ ਕਿ ਉਸ ਟਾਈਮ ਤੱਕ ਸੈਂਕੜੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਇੱਕ ਵੀ ਬੰਦਾ ਇਹਨਾਂ ਨੇ ਮੌਬ 'ਚੋਂ ਗ੍ਰਿਫਤਾਰ ਨਹੀਂ ਕੀਤਾ, ਕਿਸੇ ਨੂੰ ਰੋਕਿਆ ਨਹੀਂ। ਸਿੱਖਾਂ ਨੂੰ 25 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਆ ਕੇ ਇਹੋ ਥਾਣਾ ਜਿਹੜਾ ਦਿਖਾਇਆ ਗਿਆ ਹੈ ਤਰਲੋਕਪੁਰੀ ਕਲਿਆਣਪੁਰੀ ਦਾ, ਉਹਦੇ ਲੌਕਅਪ 'ਚ ਆ ਕੇ ਉਹਨਾਂ ਨੂੰ ਬੰਦ ਕਰਤਾ ਅਤੇ ਉਹਨਾਂ ਦੇ ਕਤਲ ਦਾ ਕੇਸ ਚਲਾਇਆ ਉਹਨਾਂ ਦੇ ਉੱਪਰ। ਅਤੇ ਉਸ ਤੋਂ ਮਗਰੋਂ ਜਦੋਂ ਉਹਨਾਂ ਨੂੰ ਫੜ ਲਿਆ ਅਤੇ ਬਾਅਦ ਦੇ ਵਿੱਚ ਇਹਨਾਂ ਨੇ ਇਸ਼ਾਰਾ ਕਰਤਾ, ਡਾਕਟਰ ਅਸ਼ੋਕ ਸ਼ਾਮ ਨੂੰ ਫਿਰ ਮੌਬ ਲੈ ਕੇ ਉੱਥੇ ਪਹੁੰਚਿਆ। ਜਿੰਨੇ ਵੱਡੇ ਬੰਦੇ ਸੀ ਸਾਰੇ ਫੜੇ ਗਏ ਸੀ, ਅਤੇ ਇਹਨਾਂ ਨੇ ਉੱਥੇ ਉਹ ਕਤਲੇਆਮ ਕੀਤਾ। 1 ਨਵੰਬਰ, 2 ਨਵੰਬਰ, 3 ਨਵੰਬਰ ਉਹ ਕਤਲੇਆਮ ਕੀਤਾ। ਉੱਥੇ ਕਲਿਆਣਪੁਰੀ ਦੇ ਇਲਾਕੇ ਵਿੱਚ 200 ਸਿੱਖ ਮਾਰੇ, ਤਰਲੋਕਪੁਰੀ ਦੇ ਇਲਾਕੇ ਵਿੱਚ 400 ਸਿੱਖ ਮਾਰੇ। ਅਤੇ ਉੱਥੇ ਕੀਤਾ ਕਿ ਰਾਤ ਨੂੰ ਕਲਿਆਣਪੁਰੀ ਦੇ ਪਾਰਕ ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਇਕੱਠੇ ਕਰਕੇ ਬਿਠਾ ਲਿਆ। ਇਹ ਗੁੰਡੇ ਰਾਤ ਨੂੰ ਟਾਰਚਾਂ ਲੈ ਕੇ ਆਉਂਦੇ ਸੀ, ਲਾਲਟਨ ਲੈ ਕੇ ਆਉਂਦੇ ਸੀ, ਜਿਹੜੀ ਕੁੜੀ ਚੰਗੀ ਲੱਗਦੀ ਸੀ ਉਹਨੂੰ ਚੁੱਕ ਕੇ ਲੈ ਜਾਂਦੇ ਸੀ। ਇਹੋ ਜਿਹਾ ਹਾਲ ਇਹਨਾਂ ਨੇ ਕੀਤਾ। ਅਤੇ ਇਹ ਜਿਹੜਾ ਪੂਰਬੀ ਦਿੱਲੀ ਇਲਾਕਾ, ਈਸਟ ਦਿੱਲੀ ਡਿਸਟ੍ਰਿਕਟ ਆ, ਈਸਟ ਦਿੱਲੀ ਡਿਸਟ੍ਰਿਕਟ ਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ 1 ਤੇ 2 ਨਵੰਬਰ ਨੂੰ 1200 ਸਿੱਖਾਂ ਨੂੰ ਮਾਰਿਆ। 1200 ਸਿੱਖਾਂ ਨੂੰ ਸਰਕਾਰੀ ਅੰਕੜੇ ਕਹਿੰਦੇ ਆ, ਦਰਅਸਲ ਤਾਂ 2000 ਤੋਂ ਉੱਪਰ ਆ ਜੋ ਗਿਣਤੀ ਆ ਜਿਨ੍ਹਾਂ ਨੂੰ ਮਾਰਿਆ। ਅਤੇ ਸਿੱਖਾਂ ਨੂੰ 1200 ਨੂੰ ਸਰਕਾਰੀ ਅੰਕੜਿਆਂ ਮੁਤਾਬਕ ਮਾਰਤਾ, ਅਤੇ ਟੋਟਲ ਇਹਨਾਂ ਨੇ 26 ਬੰਦੇ ਗ੍ਰਿਫਤਾਰ ਕੀਤੇ ਆ 1 ਤੇ 2 ਨਵੰਬਰ ਨੂੰ। ਉਹ 26 ਦੇ 26 ਸਿੱਖ ਗ੍ਰਿਫਤਾਰ ਕੀਤੇ। 25 ਇਹ ਸੀਗੇ ਜਿਹੜੇ ਕਲਿਆਣਪੁਰੀ ਵਾਲੇ, ਅਤੇ ਇੱਕ ਰਾਮ ਸਿੰਘ, ਉਹ ਉੱਥੇ ਹੋਰ ਏਰੀਏ 'ਚ, ਉਹਦੇ ਵੀ ਜੋ ਘਰ ਦੇ ਉੱਤੇ ਅਟੈਕ ਹੋਇਆ ਆਪਣੇ ਘਰੋਂ, ਉਹਨੇ ਗਨ ਚੁੱਕ ਕੇ ਮੌਬ ਨੂੰ ਦੇ ਉੱਤੇ ਫਾਇਰ ਕਰਨ ਲੱਗ ਗਿਆ। ਮੌਬ ਨੇੜੇ ਨਹੀਂ ਆਇਆ, ਪੁਲਿਸ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਲਿਆਈ। ਮਤਲਬ ਕਿ ਰਾਈਟ ਟੂ ਡਿਫੈਂਸ, ਆਪਣੇ ਪਰਿਵਾਰ ਨੂੰ ਖੁਦ ਬਚਾਉਣਾ ਵੀ ਸਿੱਖਾਂ ਤੋਂ ਖੋਲ੍ਹਿਆ ਸੀ। ਰਾਈਟ ਟੂ ਡਿਫੈਂਸ ਵੀ ਸਿੱਖਾਂ ਤੋਂ ਖੋਲ੍ਹਿਆ ਸੀ ਕਿ ਤੁਹਾਡੀ ਜੁਰਤ ਕਿਵੇਂ ਹੋਈ ਕਿ ਤੁਸੀਂ ਆਪਣੇ ਪਰਿਵਾਰ ਨੂੰ ਬਚਾਉਣ ਦੇ ਵਾਸਤੇ ਤੁਸੀਂ ਮੁਕਾਬਲਾ ਕਰਨ ਲੱਗੇ। ਇਹੀ ਜਿਹੀ ਹਾਲਤ ਉਸ ਟਾਈਮ ਦਿੱਲੀ ਸੀ। ਇਹ ਇਕੱਲੇ ਇੱਥੇ ਕਲਿਆਣਪੁਰੀ ਦੇ ਇਲਾਕੇ 'ਚ ਨਹੀਂ, ਸਾਰੀ ਦਿੱਲੀ 'ਚ ਇਹ ਕੁਛ ਹੋਇਆ। ਸਾਰੀ ਦਿੱਲੀ 'ਚ ਜਿੱਥੇ ਸਿੱਖਾਂ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਪੁਲਿਸ ਵੱਡੀ ਗਿਣਤੀ 'ਚ ਪਹੁੰਚ ਕੇ ਜਾ ਕੇ ਉਹ ਸਿੱਖ ਨੂੰ ਗ੍ਰਿਫਤਾਰ ਕਰਕੇ ਉਹਨੂੰ ਲੈ ਆਏ, ਔਰ ਉਸ ਤੋਂ ਬਾਅਦ ਉਹਦੇ ਘਰ ਵਾਲਿਆਂ ਨੂੰ ਮੌਬ ਦੇ ਹਵਾਲੇ ਕਰਤਾ,
और उन्होंने बुरा हाल किया, घर जलाए, बुरा हाल किया। उस तो मगरों सारी दिल्ली 'ਚ होया। देखो सारी दिल्ली ਵਿੱਚ ਇੱਕ ਵੀ ऐसी जगह नहीं है जिथे कि किसी नॉन सिख के घर ਨੂੰ ਅਟੈਕ ਕੀਤਾ ਹੋਵੇ, ਕਿਸੇ ਮੁਸਲਮਾਨ ਦੇ ਘਰ ਨੂੰ, ਕਿਸੇ ਹਿੰਦੂ ਦੇ ਘਰ ਨੂੰ, ਕਿਸੇ ਕ੍ਰਿਸਚਨ ਦੇ ਘਰ ਨੂੰ ਅਟੈਕ ਹੋਇਆ ਹੋਵੇ, ਕਿਤੇ ਨਹੀਂ ਹੋਇਆ। ਸਿਰਫ ਤੇ ਸਿਰਫ ਇਹ ਸਿੱਖਾਂ ਦੇ ਘਰਾਂ 'ਤੇ ਅਟੈਕ ਹੋਇਆ। ਇੱਕ ਵੀ ਹਿੰਦੂ ਦੇ ਘਰੇ ਅਟੈਕ ਨਹੀਂ ਹੋਇਆ, ਸਿਰਫ ਇੱਕ ਸਿੱਖਾਂ ਦੇ ਘਰੇ। तो ਇਹ ਨਰਸੰਹਾਰ, ਪੂਰਾ ਨਰਸੰਹਾਰ ਸੀ, ਜੀਨੋਸਾਈਡ ਸੀ ਸਿੱਖਾਂ ਦਾ। ਤੇ ਹੁਣ ਤਾਂ ਦਿੱਲੀ ਹਾਈ ਕੋਰਟ ਨੇ ਵੀ ਕਹਿਤਾ ਕਿ ਜੀਨੋਸਾਈਡ ਸੀ, ਹਾਈ ਕੋਰਟ ਨੇ ਵੀ ਕਹਿ ਦਿੱਤਾ ਹੈ। ਰਾਹੁਲ ਬੇਦੀ ਜਿਹੜੇ ਉੱਥੇ ਪਹੁੰਚੇ ਸੀ ਉਸ ਟਾਈਮ, ਰਾਹੁਲ ਬੇਦੀ ਨੇ ਸਾਰੀ ਕਹਾਣੀ ਆਪਣੇ ਆਰਟੀਕਲਸ ਅਖਬਾਰਾਂ 'ਚ ਕਈ ਆਰਟੀਕਲ ਲਿਖਿਆ, ਉਹਦੇ ਵਿੱਚ ਸਾਰਾ ਐਕਸਪਲੇਨ ਕੀਤਾ। ਇਹ ਜਿਹੜੇ 25 ਸਿੱਖਾਂ ਨੂੰ ਗ੍ਰਿਫਤਾਰ ਕੀਤਾ, ਉੱਥੇ ਉਦੋਂ ਸੀਗਾ SHO ਸੂਰਬੀਰ ਸਿੰਘ ਤਿਆਗੀ। ਸੂਰਬੀਰ ਸਿੰਘ ਤਿਆਗੀ ਨੇ ਉਹ ਕਤਲੇਆਮ ਕੀਤਾ ਉੱਥੇ ਪੁਲਿਸ ਮੌਬ ਦੇ ਨਾਲ ਲੱਗ ਕੇ, ਬਹੁਤ ਵੱਡਾ ਕਤਲੇਆਮ ਕੀਤਾ। ਇਹ ਜਦੋਂ ਉਸ ਤੋਂ ਬਾਅਦ ਮਿਸ਼ਰਾ ਕਮਿਸ਼ਨ ਬਣਿਆ, ਇਹ ਮਈ ਜੂਨ 1985 ਦੀ ਗੱਲ ਆ। ਜਦੋਂ ਮਿਸ਼ਰਾ ਕਮਿਸ਼ਨ ਬਣਿਆ ਉਸ ਟਾਈਮ ਦੇ ਉੱਤੇ ਉਹ ਜਿਹੜੇ 25 ਸਿੱਖ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ, ਉਦੋਂ ਹੀ ਉਹ ਜ਼ਮਾਨਤ, ਕਈ ਮਹੀਨੇ ਉਹ ਜੇਲ੍ਹ 'ਚ ਰਹੇ, ਉਦੋਂ ਫਿਰ ਜ਼ਮਾਨਤ 'ਤੇ ਆਏ। ਜ਼ਮਾਨਤ 'ਤੇ ਆ ਕੇ ਇਹ ਸੂਰਬੀਰ ਤਿਆਗੀ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਮੇਰੇ ਹੱਕ ਦੇ ਵਿੱਚ ਐਫੀਡੇਵਿਟ ਦਿਓ, ਅਤੇ ਇਹ ਨਾ ਕਿਹੋ ਕਿ ਮੈਂ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਕੇ ਆਇਆ ਸੀ। ਉਹਨੇ ਉਹਨਾਂ ਨੂੰ ਬੁਲਾ ਕੇ ਕਿਹਾ, ਉਹ ਮੇਰੇ ਕੋਲ ਆ ਗਏ। ਉਹਨੂੰ ਮੈਨੂੰ ਆ ਕੇ ਕਹਿੰਦੇ, ਕਿਉਂਕਿ ਉਦੋਂ ਇਹ ਮਿਸ਼ਰਾ ਕਮਿਸ਼ਨ ਦੇ ਵਿੱਚ ਜੋ ਪੀੜਤਾਂ ਦੇ ਐਫੀਡੇਵਿਟ ਸੀ, ਉਹ ਜੋ ਵਕੀਲਾਂ ਦੀ ਸਾਡੀ ਟੀਮ ਸੀ, ਉਹ ਟੀਮ ਦੇ ਵਿੱਚ ਮੈਂ ਉਸ ਟੀਮ ਦਾ ਇੰਚਾਰਜ ਸੀ। ਹੁਣ ਇਹ ਜਸਟਿਸ ਰਵਿੰਦਰ ਭੱਟ ਜੋ ਸੁਪਰੀਮ ਕੋਰਟ ਦੇ ਇਸ ਟਾਈਮ ਜੱਜ ਨੇ, ਸੁਪਰੀਮ ਕੋਰਟ 'ਚ ਇਸ ਟਾਈਮ ਜੱਜ ਹੈ ਜਸਟਿਸ ਰਵਿੰਦਰ ਭੱਟ, ਉਹ ਵੀ ਸਾਡੀ ਟੀਮ ਦੇ ਮੈਂਬਰ ਸੀ। ਉਹ ਵੀ ਬੈਠ ਕੇ ਪੀੜਤਾਂ ਦੀ ਐਫੀਡੇਵਿਟ ਬਣਾਉਂਦੇ ਹੁੰਦੇ ਸੀ, ਅਤੇ ਮੈਂ ਉਸ ਟੀਮ ਦਾ ਇੰਚਾਰਜ ਸੀ। ਅਤੇ ਉਹ ਮੇਰੇ ਕੋਲ ਆ ਗਏ। 1985 ਹੈ, ਜੂਨ ਜੁਲਾਈ ਦੀ ਗੱਲ ਹੈ। ਉਹ ਮੇਰੇ ਕੋਲ ਆਏ ਅਤੇ ਆ ਕੇ ਉਹਨਾਂ ਨੇ ਕਿਹਾ ਕਿ ਜੀ ਉਹ ਸਾਨੂੰ ਕਹਿ ਰਿਹਾ ਮੇਰੇ ਹੱਕ ਵਿੱਚ ਐਫੀਡੇਵਿਟ ਦਿਓ। ਮੈਂ ਕਿਹਾ ਵੀ ਇਸ ਤਰ੍ਹਾਂ ਕਰੋ, ਆਪਾਂ ਕੋਸ਼ਿਸ਼ ਕਰੋ ਕਿ ਉਹਦੇ ਕੋਲ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਸਕੇ ਕਿ ਇਹ ਜਿਹੜੀਆਂ ਡਾਇਰੈਕਸ਼ਨ ਉੱਪਰੋਂ ਆਈਆਂ ਕਿਵੇਂ ਆਈਆਂ, ਕਿਹਨੇ ਆਈਆਂ, ਆਪਾਂ ਇਹ ਕੋਸ਼ਿਸ਼ ਕਰੋ। ਅਤੇ ਮੈਂ ਕਿਹਾ ਤੁਸੀਂ ਜਾ ਕੇ ਉਹਨੂੰ ਇਹ ਕਹਿ ਦਿਓ ਕਿ ਜੀ ਸਾਡਾ ਵਕੀਲ ਨੂੰ ਤੁਸੀਂ ਕਨਵਿੰਸ ਕਰਾ ਲਓ, ਉਹਨੂੰ ਮੇਰਾ ਨਾਮ ਪੂਰਾ ਨਾ ਦੱਸਣਾ, ਹਰਵਿੰਦਰ ਸਿੰਘ ਦੱਸਣਾ, ਫੂਲਕਾ ਨਾ ਦੱਸਣਾ। ਉਹਨਾਂ ਨੇ ਕਿਹਾ ਕਿ ਜੀ ਉਹਨੂੰ ਕਹੇ ਜੀ ਸਾਡੇ ਵਕੀਲ ਨੂੰ ਤੁਸੀਂ ਸਮਝਾ ਦਿਓ, ਕਹੇ ਜੀ ਤੁਹਾਨੂੰ ਐਫੀਡੇਵਿਟ ਚਾਹੀਦਾ ਤੁਹਾਡੇ ਹੱਕ 'ਚ, ਅਤੇ ਅਸੀਂ ਦੇਣ ਨੂੰ ਤਿਆਰ ਹਾਂ। ਤਰਲੋਕਪੁਰੀ ਜਿਹੜਾ ਥਾਣਾ ਸੀ ਕਲਿਆਣਪੁਰੀ ਥਾਣੇ ਦੇ ਵਿੱਚ ਉਹਨੇ ਕਿਹਾ ਕਿ ਆਪਣੇ ਵਕੀਲ ਨੂੰ ਮੇਰੇ ਕੋਲ ਲੈ ਆਓ। ਕਲਿਆਣਪੁਰੀ ਥਾਣੇ ਦੇ ਵਿੱਚ ਮੀਟਿੰਗ ਫਿਕਸ ਹੋਈ, ਮੈਂ ਉਹਨਾਂ ਦੇ ਨਾਲ ਗਿਆ। ਮੇਰੇ ਨਾਲ ਦੇ 2 ਵਕੀਲ ਬਾਹਰ ਗੱਡੀ 'ਚ ਬੈਠੇ ਸੀ। 1 ਘੰਟੇ ਦਾ ਟਾਈਮ ਫਿਕਸ ਹੋਇਆ ਸੀ ਕਿ ਜੇ ਮੈਂ 1 ਘੰਟੇ ਦੇ ਵਿੱਚ ਬਾਹਰ ਨਾ ਆਇਆ, ਸਮਝੋ ਕਿ ਉਹਨਾਂ ਨੇ ਮੈਨੂੰ ਚੁੱਕ ਲਿਆ, ਮੈਨੂੰ ਪਛਾਣ ਲਿਆ ਅਤੇ ਮੈਨੂੰ ਗਾਇਬ ਕਰਤਾ। ਅਤੇ ਤੁਸੀਂ ਫਟਾਫਟ ਜਿਹੜੇ ਸਾਡੇ ਸੀਨੀਅਰਸ ਨੇ ਉਹਨਾਂ ਨੂੰ ਦੱਸ ਦੇਣਾ, ਕੋਈ ਰੈਮਡੀਅਲ ਐਕਸ਼ਨ ਲੈਣਾ ਹੋਏ ਤਾਂ ਲੈ ਲੈਣਾ, ਨਹੀਂ ਤਾਂ ਪਤਾ ਨਹੀਂ ਉੱਥੇ ਕੀ ਹੋਊਗਾ। ਇਹੀ ਜੀ ਉਦੋਂ ਹਾਲਤ ਸੀ। ਮੈਂ ਜਦੋਂ ਕਲਿਆਣਪੁਰੀ ਥਾਣੇ ਵਿੱਚ ਗਿਆ ਅਤੇ ਮੇਰੇ ਕੋਲ ਪੈਨ ਸੀ ਇੱਥੇ ਲੱਗਿਆ ਵਾ, ਉਹ ਪੈਨ ਦੇ ਵਿੱਚ ਰਿਕਾਰਡਰ ਸੀ। ਉਹਦੀ ਗੱਲਾਂ ਮੈਂ ਉਹਦੇ ਨਾਲ ਜਦੋਂ ਪਹਿਲਾਂ ਉਹ ਸਾਰਿਆਂ ਨਾਲ ਵਿੱਚ ਬੈਠ ਕੇ ਗੱਲਾਂ ਹੋਈਆਂ, ਉਸ ਤੋਂ ਬਾਅਦ ਉਸ ਨੂੰ ਮੈਂ ਪੁੱਛਦਾ ਰਿਹਾ ਕਿ ਦੱਸ ਤੈਨੂੰ ਕਿਹਨੇ ਕਿਹਾ ਤੁਸੀਂ ਇਹਨੂੰ ਮਾਰੋ, ਇਹਨਾਂ ਨੂੰ ਗ੍ਰਿਫਤਾਰ ਕਰੋ, ਕਿਹਨੇ ਕਿਹਾ, ਕੀ ਕਿਹਾ, ਇਹ ਸਾਰਾ ਮੈਂ ਕੋਸ਼ਿਸ਼ ਉਹਨੂੰ ਪੁੱਛਣ ਦੀ ਕਰ ਰਿਹਾ ਸੀ, ਇਹ ਵਾਲੀ ਗੱਲ। ਪਰ ਉਹਦੇ ਕੋਲੋਂ ਖਬਰ ਤਾਂ ਸਾਨੂੰ ਕਾਫੀ ਮਿਲ ਗਈ ਜੋ ਅਸੀਂ ਬਾਅਦ ਦੇ ਵਿੱਚ ਵਰਤੀ, ਕਾਫੀ ਇਨਫੋਰਮੇਸ਼ਨ ਮਿਲ ਗਈ। ਮੈਂ ਉਹਨੂੰ ਇਹ ਕਹਿ ਰਿਹਾ ਸੀ ਕਿ ਤੂੰ ਸਾਨੂੰ ਹੋਰ ਇਨਫੋਰਮੇਸ਼ਨ ਦੇ। ਉਹਨੇ ਜ਼ਿਆਦਾ ਪੂਰੀ ਕੰਪਲੀਟ ਇਨਫੋਰਮੇਸ਼ਨ ਦਿੱਤੀ, ਪਰ ਕਾਫੀ ਮਟੀਰੀਅਲ ਸਾਨੂੰ ਮਿਲ ਗਿਆ। ਅਤੇ ਉਸ ਤੋਂ ਬਾਅਦ ਮੈਂ ਉੱਥੋਂ ਬਚ ਕੇ ਨਿਕਲਿਆ ਆ ਕਿਵੇਂ ਨਾ ਕਿਵੇਂ। ਮਗਰੋਂ ਇਹਨਾਂ ਨੇ ਕੋਸ਼ਿਸ਼ ਕੀ ਕੀਤੀ। ਅੱਛਾ, ਬਾਅਦ 'ਚ ਜਦੋਂ ਇਹ ਸਾਡੇ ਟੀਮ ਨੂੰ ਉਦੋਂ ਸੋਲੀ ਸਰਾਬ ਜੀ ਇਹ ਮੇਨਲੀ ਹੈਡ ਕਰ ਰਹੇ ਸੀ, ਸਿਟੀਜ਼ਨ ਜਸਟਿਸ ਕਮੇਟੀ, ਸੋਲੀ ਸਰਾਬ ਜੀ, ਜਸਟਿਸ ਤਾਰਕੁੰਡੇ। ਸੋਲੀ ਸਰਾਬ ਜੀ ਬਾਅਦ ਦੇ ਵਿੱਚ ਅਟਰਨੀ ਜਨਰਲ ਆਫ ਇੰਡੀਆ ਬਣਿਆ 2 ਵਾਰੀ। ਜਦੋਂ ਸੋਲੀ ਸਰਾਬ ਜੀ ਨੂੰ ਇਹ ਦੱਸਿਆ ਕਿ ਮੈਂ ਇਸ ਤਰ੍ਹਾਂ ਰਿਕਾਰਡ ਕਰਕੇ ਆਇਆ, ਉਹਨਾਂ ਨੇ ਮੈਨੂੰ ਬੜੇ ਡਾਂਟਿਆ ਅਤੇ ਕਿਹਾ ਤੂੰ ਆਪਣੀ ਜਾਨ ਨੂੰ ਜੋਖਮ 'ਚ ਨਹੀਂ ਪਾਏਂਗਾ, ਤੂੰ ਬਿਲਕੁਲ ਇਹੋ ਜਿਹਾ ਕੰਮ ਇੱਥੋਂ ਬਿਨਾਂ ਪੁੱਛੇ ਨਹੀਂ ਕਰੇਗਾ। ਉਸ ਤੋਂ ਬਾਅਦ ਇਹ ਸਾਡੇ ਰਿਕਾਰਡਿੰਗ ਬੜੀ ਕੰਮ ਆਈ, ਕਿਉਂਕਿ ਉਸ ਤੋਂ ਮਗਰੋਂ ਇਹਨਾਂ ਨੇ, ਪੁਲਿਸ ਨੇ ਕੀ ਕੀਤਾ, ਇਹ ਕੋਸ਼ਿਸ਼ ਕੀਤੀ ਕਿ ਮੈਂ ਜਾ ਕੇ ਲੋਕਾਂ ਨੂੰ ਲਾਲਚ ਦੇ ਕੇ ਝੂਠੀਆਂ ਗਵਾਹੀਆਂ ਲੋਕਾਂ ਨੂੰ ਕਹਿ ਰਿਹਾ ਕਿ ਦਿਓ, ਕਿ ਮੈਂ ਸੂਰਬੀਰ ਤਿਆਗੀ ਨੂੰ ਜਾ ਕੇ ਮਿਲਿਆ। ਉਹ ਇੰਸਪੈਕਟਰ ਸੂਰਬੀਰ ਤਿਆਗੀ ਨੂੰ ਮੈਂ ਕਹਿ ਰਿਹਾ ਕਿ ਉਹ ਇਹਨਾਂ ਦੇ ਜਿਹੜੇ HKL ਭਗਤ ਅਤੇ ਜਿਹੜੇ ਦੂਸਰੇ ਲੀਡਰ ਨੇ ਉਹਨਾਂ ਦੇ ਖਿਲਾਫ ਉਹ ਝੂਠੇ ਬਿਆਨ ਦੇਵੇ। ਤਾਂ ਮਤਲਬ ਕਿ ਇਹਨਾਂ ਦੀ ਪਲਾਨ ਇਹ ਸੀ 1985 ਵਿੱਚ, ਜਿਵੇਂ ਹੁਣ ਤੀਸਰਾ ਸੀਤਲਵੜ ਨੂੰ ਫੜ ਕੇ ਨਾ ਅੰਦਰ ਕੀਤਾ ਕਿ ਇਹਨੇ ਝੂਠੀਆਂ ਗਵਾਹੀਆਂ ਕਰਾਈਆਂ, ਜੇ ਕੀਤਾ ਉਹ ਕੀਤਾ, ਉਸੇ ਤਰ੍ਹਾਂ ਇਹ ਮੈਨੂੰ ਕਰਨ ਲੱਗੇ ਸੀ।
तो जो वो रिकॉर्डिंग मैं सारी दिखाई, मैं कहा देख लो रिकॉर्डिंग ये है, उस रिकॉर्डिंग के करके उदों मैं बचिया। पर उस तो मगरों एक होर भी गल, ये त्रिलोकपुर, ये सारा जो ईस्ट दिल्ली का इलाका, ये HKL भगत सारे जो जिम्मेवार सी, असली जो ऑर्गेनाइज किया HKL भगत ने किया, जो उदों मंत्री सीगा उस टाइम, वो मिनिस्टर सी, HKL भगत ने सारा ऑर्गेनाइज किया। सज्जन कुमार ट्रैक्टर तो वो चेले सी उदों उस टाइम के उत्ते, तो HKL भगत नूं 1995 के यो जस्टिस ढींगरा ने उहदे वारंट कढ के उन्होंने जेल भेजिया। जिस दिन उहदे वारंट कढे ना, जिस दिन उन्होंने कोर्ट में पेश किया वारंट कढण तो बाद, उस दिन भगत के नाल 10,000 बंदा आया, तो नाल 100 वकील से भगत के नाल। इधरों मैं, मेरे नाल मेरे 2 जूनीयर पीड़ितां वालों उत्थे कोर्ट च बड़ी गर्मो गर्म बहस हुई। गर्मो गर्म बहस तो बाद जो जज उठ के चला गया अपने चैंबर के विच ऑर्डर पास कर, भगत के टोले चों मैनू 1-2 वकीलों ने आके कहा, क्योंकि उत्थे कोर्ट में जानते सी, उन्होंने कहा कि तुसीं हुण इत्थों निकल जाओ, इस जज ने हुण इहनूं जेल भेजना, इसकी जमानत कैंसल करनी है, तो लोगों ने तुहानूं जान नहीं देना। तो उहदा जिहड़ा रीडर सीगा, वो रीडर ने एक गल सुन के जज के कमरे चों पिछले पासे की सानूं उत्थों बाहर कढ़िया। वो जस्टिस ढींगरा ने उन्होंने उस टाइम भगत नूं जेल भेजिया 1995 में। तो जेकर ये केस ठीक चलता तो जस्टिस ढींगरा ने 1995 में ही भगत नूं जां मौत दी ना उम्र कैद की सज़ा सुनाउणी सी। पर उदों होया कि साडे ही अकाली लीडरां ने भगत कोलों पैसे लेके गवाह नूं मुकराता। वो बेचारे जस्टिस ढींगरे नूं भी इदा भी बड़ा बुरा हाल होया। सरकार ने उन्होंने हाई कोर्ट की प्रमोशन सी उहदी ड्यू, वो प्रमोशन रोकती, 2 साल उन्होंने हाई कोर्ट का जज नहीं बन दिता इसे करके। पर साडे लीडरां दा ये हाल रहा। मतलब कि जो ये 1984 का दे विच जो कुछ होया, ये थोड़ा जिहा पार्ट एक कॉलोनी का हाल ये इस मूवी दे विच दर्शाया, पर वो बिल्कुल सही आ, उस तरीके नाल होया। ये एक तरह की मैमरी रिफ्रैश करने वास्ते कि ये कुछ आ, ये भुल ना जाओ। खास करके पुराने बंदे ये कहने लिए भुल ना जाओ, भुलन वाला नहीं है, असीं किवें भुल सकते हैं। तो जो नवीं पीढ़ी उन्होंने दिखाने लिए कि कुछ इत्थे दिल्ली च होया, ये दुनिया की सब तो वड्डी राजधानी उहदी कैपीटल दे विच सिखां नाल ये हाल हो रहा सी। एक भी जगह ते सिख सेफ नहीं सी। बल्कि जिहड़ा कौंसलर दिखाया है जे इस तरह के कौंसलर कम से कम 100 एक कांग्रेसी लीडर सीगे जिन्हां दी ड्यूटियां लगियां सी थ्रू आउट दिल्ली सिखां नूं मरवाउण दियां। जिहड़े केस च सज्जन कुमार जेल च बंद आ, वो पालम का केस सी, दिल्ली कंड के एरिया च केस सी, दूजा एरिया सी, उत्थे भी यही हाल से, उत्थे कोई चंगा नहीं सी। ਉਹਦੇ ਵਿੱਚ ਹੁਣ सज्जन कुमार ਨੂੰ उम्र कैद की सज़ा हुई है तो वो जेल आ। वो सज्जन कुमार के नाल भी एक XMLA जेल आ, एक कौंसलर जेल आ, क्योंकि उन्होंने भी यही उस एरिए च भी 400 तो ज़्यादा सिखां नूं मारिया सी। वो पालम के एरिए के विच ही उन्होंने उदों बाद रिवार्ड मिलिया, MP का मिलिया, दूजे नूं MLA टिकट मिलिया, तीजे नूं कौंसलर का टिकट मिलिया। जो टिकट दी गल्लां कर रहे हैं ना, उही उत्थे भी इस तरह सिखां नूं मार के टिकट मिले सी। अज वो कौंसलर भी उम्र कैद की सज़ा भुगत रहा, वो MLA भी उम्र कैद की सज़ा हुई सी, वो जेल चों दी मौत हो गई है, तो सज्जन कुमार भी उम्र कैद की सज़ा भुगत रहा, जेल च ही बैठा। तो ये भुलण वालियां नहीं हैं। मैनूं हुण याद आ जदों मैं अपना पॉलीटिक्स छड्ड के ये केस नूं करन लई वापस आया सी, तो उस टाइम बड़े हैरान सी, मीडिया वाले भी हैरान सी, कई सिखां ने भी मैनूं कहा, कई मेरे सपोर्टर जिहड़े सिख सी उन्होंने कहा छड्डो जी, भुल जाओ जी, इनू किने पुछना, हुण 84 नूं कौन पुछदा, कौन उहदी गल करदा, पर ये भुलण वालियां नहीं हैं, भुलण वालियां हैं। पहला घल्लूघारा, दूजा घल्लूघारा इस अज तक नहीं भुले, ये तीजा घल्लूघारा किवें भुल जाणगे। ये जो ये दोषी आ, इन्हां जिन्हां ने ये कुछ कीता, उन्हां नूं कम से कम उन्हां दी जिंदगी उस तरह सारी हराम करके रखांगे। उन्हां नूं अपने वालों तो पूरी कोशिश करिए कि जिन्नियां नूं मैक्सिमम सज़ा हो सकती है। कईयां नूं सज़ा हुई है, बाकियां नूं जिन्नियां नूं सज़ा हो सकती है, आपां तां कोशिश करिए अपनियां कोशिशां दा नतीजा कि दूजी वारी जिहड़े सारे केस खोले, अपनियां कोशिशां दा नतीजा 1 हफ्ता पहलां दिल्ली हाई कोर्ट के चीफ जस्टिस ने कहा कि नेशन इज स्टिल ब्लीडिंग। एक SHO जिहदे खिलाफ कार्रवाई हुई सी, SHO ने आके उदों SHO सी,
ਉਹਦੇ ਖਿਲਾਫ ਐਲੀਗੇਸ਼ਨ ਸੀ ਕਿ ਇਹਨੇ ਮੌਤ ਦੀ ਮਦਦ ਕਰਕੇ ਸਿੱਖਾਂ ਨੂੰ ਮਾਰਿਆ। ਉਹਦੇ ਅਗੇਂਸਟ ਜੋ ਕਾਰਵਾਈ ਕੀਤੀ ਗਈ ਸੀ, ਡਿਸਪਲਿਨਰੀ ਪ੍ਰੋਸੀਡਿੰਗ ਚੱਲ ਰਹੀਆਂ, ਉਹ ਕੋਰਟ ਵਿੱਚ ਆਇਆ ਕਿ ਮੈਂ ਤਾਂ ਹੁਣ 79 ਈਅਰ ਦਾ 80 ਸਾਲ ਦਾ ਹੋ ਗਿਆ ਤੇ ਮੇਰੇ ਅਗੇਂਸਟ ਇਹ ਪ੍ਰੋਸੀਡਿੰਗ ਖਤਮ ਕਰ ਦਿੱਤੀਆਂ ਜਾਣ। ਚੀਫ ਜਸਟਿਸ ਨੇ ਕਿਹਾ ਚਾਹੇ 100 ਸਾਲ ਦਾ ਹੋ ਜਾ, ਨੇਸ਼ਨ ਇਜ਼ ਸਟਿਲ ਬਲੀਡਿੰਗ ਐਂਡ ਦੈਟ ਇਜ਼ ਟਰੂ, ਨੇਸ਼ਨ ਇਜ਼ ਸਟਿਲ ਬਲੀਡਿੰਗ। ਸਭ ਤੋਂ ਵੱਡੀ ਗੱਲ ਅੱਜ ਇਹ ਰੈਕਗਨਾਈਜ਼ ਕਰਨ ਲੱਗੀਆਂ ਕੋਰਟਸ ਅੱਜ ਕਿ ਨੇਸ਼ਨ ਇਜ਼ ਸਟਿਲ ਬਲੀਡਿੰਗ ਤੇ ਇਹਦਾ ਇਨਸਾਫ ਹੋਣਾ ਚਾਹੀਦਾ। ਸੱਜਣ ਕੁਮਾਰ ਦੇ ਖਿਲਾਫ ਜਿਹੜਾ ਦੂਜਾ ਕੇਸ ਆ ਉਹ ਇਸ ਟਾਈਮ ਚੱਲ ਰਿਹਾ, ਆਰਗੂਮੈਂਟ ਉਹ ਸ਼ੁਰੂ ਹੋ ਗਏ। ਤੋ ਇਸ ਕਰਕੇ ਇਹਨਾਂ ਨੂੰ ਛੱਡਣਾ ਨਹੀਂ, ਭੁੱਲਣਾ ਨਹੀਂ, ਬਖਸ਼ਣਾ ਨਹੀਂ। ਮੈਂ ਦਲਜੀਤ ਦੋਸਾਂਝ ਤੇ ਅਬਾਸ ਅਲੀ ਜਫਰ ਤੇ ਉਹਨੇ ਸਾਰੀ ਟੀਮ ਦਾ ਬੜਾ ਧੰਨਵਾਦੀ ਹਾਂ ਜਿਹੜਾ ਇਹਨਾਂ ਨੇ ਇਹ ਲਿਆ ਕੇ ਮੈਮਰੀ ਰਿਫਰੈਸ਼ ਕਰਤੀ ਆ ਲੋਕਾਂ ਦੀ। ਇਹ ਦਿਖਾਤਾ ਕਿ ਇਸ ਤਰ੍ਹਾਂ ਇਹ ਕਤਲੇਆਮ ਹੋਇਆ ਸੀ। ਇਹ ਚਾਹੇ ਮੂਵੀ ਫਿਕਸ਼ਨ ਆ, ਇੱਕ ਕਲਪਨਾ, ਪਰ ਇਹ ਕਲਪਨਾ ਸੱਚਾਈ ਦੇ ਬਹੁਤ ਨੇੜੇ ਆ, ਬਹੁਤ ਕਲੋਜ਼ ਆ। ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਪ ਵੀ ਦੇਖੋ, ਆਪਣੇ ਬੱਚਿਆਂ ਨੂੰ ਵੀ ਦਿਖਾਓ। ਇਹ ਨਾ ਕਿਹੋ ਕਿ ਜੀ ਬੜੀ ਕਤਲੇਆਮ ਆ, ਇਹਦੇ 'ਚ ਬੱਚੇ ਨਹੀਂ ਦੇਖ ਸਕਦੇ। ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਬੱਚਿਆਂ ਦੇ ਨਾਲ ਵੀ ਇਹ ਬੁਰਾ ਹਾਲ ਹੋਇਆ। ਬੱਚਿਆਂ ਨੂੰ ਸਾਡਿਆਂ ਨੂੰ ਪਤਾ ਹੋਣਾ ਚਾਹੀਦਾ, ਅਗਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ। ਤੇ ਜਿਹੜੇ ਤੁਹਾਡੇ ਯਾਰ ਦੋਸਤ ਨੇ, ਦੂਜੀ ਕਮਿਊਨਿਟੀ ਦੇ ਵੀ ਯਾਰ ਦੋਸਤ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਜਾਓ, ਉਹਨਾਂ ਨੂੰ ਵੀ ਦਿਖਾਓ ਕਿ ਆਹ ਵੀ ਦਿਨ ਸੀਗੇ, ਇਹੋ ਜਿਹੇ ਦਿਨ ਜੋ ਕਿ ਸਿੱਖਾਂ ਦੇ ਨਾਲ ਇਹ ਜੋ ਹੋਇਆ। ਤੇ ਨਾਲੇ ਆਪਾਂ ਇਹ ਨਾ ਕਦੇ ਭੁੱਲੇ ਆ, ਨਾ ਭੁੱਲ ਸਕਦੇ ਆ। ਤੇ ਜਿੰਨੀ ਦੇਰ ਇਹਨਾਂ ਲੋਕਾਂ ਨੂੰ ਅਸੀਂ ਸਜ਼ਾਵਾਂ ਨਹੀਂ ਦਿਵਾਉਂਦੇ, ਉਨੀ ਦੇਰ ਚੁੱਪ ਨਹੀਂ ਬੈਠਾਂਗੇ, ਕੋਸ਼ਿਸ਼ ਕਰਦੇ ਰਹਾਂਗੇ, ਲੜਾਈ ਜਾਰੀ ਰਹੂਗੀ। ਤੇ ਮੈਂ ਬਾਲੀਵੁੱਡ ਦੇ 1-2 ਫਿਲਮਾਂ ਤਾਂ ਹੋਰ ਬਣ ਰਹੀਆਂ, ਮੈਨੂੰ ਪਤਾ ਉਹਦਾ। ਤੇ ਬਾਲੀਵੁੱਡ ਮੈਂ ਬਾਕੀਆਂ ਨੂੰ ਵੀ ਕਹਿਣਾ, ਦੂਜਿਆਂ ਨੂੰ ਵੀ ਬੇਨਤੀ ਕਰਦਾ ਕਿ ਬਹੁਤ ਇਸ ਤਰ੍ਹਾਂ ਦੀਆਂ ਟਰੂ ਸਟੋਰੀਜ਼ ਨੇ ਜਿਹਦੇ ਬੇਸ 'ਤੇ ਫਿਲਮਾਂ ਬਣ ਸਕਦੀਆਂ। ਇੱਕ ਇਹ ਫਿਲਮ ਇੱਕ ਬਹੁਤ ਵਧੀਆ ਮੀਡੀਆ ਹੁੰਦਾ ਇਹ ਦਰਸਾਉਣ ਦਾ। ਮੈਂ ਦੂਜੇ ਵੀ ਬਾਲੀਵੁੱਡ ਦੇ ਡਾਇਰੈਕਟਰ ਪ੍ਰੋਡਿਊਸਰਸ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਓ ਤੇ ਇਹ ਦਿਖਾਓ ਕਿ ਇੱਥੇ ਇਸ ਕੀ ਹੋ ਰਿਹਾ ਸੀ, ਦਿੱਲੀ ਵਿੱਚ ਕੀ ਹੋ ਰਿਹਾ ਸੀ। ਸਾਰਿਆਂ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਫਿਰ ਮੇਰਾ ਇਹ ਜੋਗੀ ਫਿਲਮ ਦੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਬੇਨਤੀ ਕਿ ਇਹ ਪਿਕਚਰ ਨੂੰ ਜ਼ਰੂਰ ਦੇਖੋ। ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।